तेग बहादुर सिमरिए कर नाम नित आवे ताए। तेग बहादुर सिमरिए कर नाम नित आवे ताए। सतनाम ਧੰਨ ਵਾਹਿਗੁਰੂ ਜੀ। ਹੇ ਪ੍ਰਾਨ ਨਾਥ ਗੋਬਿੰਦੇ, ਕਿਰਪਾ ਨਿਧਾਨ ਜਗਦ ਗੁਰੂ। हे संसार ताप हरने, करुणा मैं सब दुख हरो। हे शरण जोग दयाले, दीनानाथ मया करो। शरीर स्वस्थ खीन समय, सिमरंत नानक राम दामोदर माधवे। परम सन्मानयोग जुगो जुग अटल तख्त चवर छत्र दे मालिक सतगुरु श्री गुरु ग्रंथ साहिब महाराज जी की हजूरी अंदर देश विदेश तो सतगुरु महाराज गुरु तेग बहादुर जी के 400 साला प्रकाश गुरपुरब नूं समर्पित हो करके आप संगत सतगुरु महाराज जी के पावन जीवन इतिहास नूं सरवण कर रहे हो। सतगुरु गुरु तेग बहादुर महाराज जी के जीवन के इतिहास नूं अगाह इस लड़ी नूं तोड़िए। सब तो पहलों आओ सतगुरु महाराज जी दे हजूर नमस्कार करदियां मन बिरतियां इकागर करो। गुरु चरनां दे विच लगवाओ हाज़री। गुरु तेग बहादुर महाराज कृपा करन आप सहाय होवन। तेग बहादुर सिमरिया कर नौ निध आवे ताए, सब थाई होए सहाय। गुरु कृपा करे आप संगत आसीस बख्शो। प्यार सत्कार सहित फतेह प्रवान करो जी। वाहे गुरु जी का खालसा, वाहे गुरु जी की फतेह। पिछले दीवान दे विच आप जी ने सरवण कीता सी कि सतगुरु महाराज ਅੰਮ੍ਰਿਤਸਰ ਦੀ ਧਰਤੀ ते आए। महाराज जी ने वल्ले नूं भाग लाउणा कीता। कुके वाली तो हुंदियां सतगुरु महाराज खडूर साहिब, गोइंदवाल साहिब, खेमकਰਨ, चोला साहब, फिर सतगुरु महाराज गोइंदवाल तो हुंदियां होइयां ਬਿਆਸ दरिया के पत्तन नूं पार कीता ते धन गुरु तेग बहादुर महाराज धन गुरु नानक देव जी की चरण छो प्राप्त ਉਹ पावन धरती ते जिन्हों सुल्तानपुर लोधी आखते हाँ। महाराज जी ने उत्थे जा करके दर्शन दीदार किए। सतगुरु गुरु तेग बहादुर महाराज जी फिर इस सुल्तानपुर लोधी तो महाराज जी ने मालवे देश जिहड़ा है उस पासे नूं रटन करना कीता। सतगुरु महाराज जी ने मालवे वाले पासे प्रचारक दौरा प्रारंभ किया। गुरु तेग बहादुर महाराज जी ने सब तो ज़्यादा जिहड़ा है अस्थान मालवे दे विच हन। मालवे की संगत महाराज जानते सी कि बिल्कुल सीधे साधे सुभाव वाली है।
ਅੱਜ ਵੀ ਮਾਲਵੇ ਦੇ ਵਿੱਚ ਵਿਚਰ ਕੇ ਦੇਖੋ, ਉਹ ਬਹੁਤ ਹੀ ਸਾਦੇ ਮੁਰਾਦੇ ਜੀਵਨ ਵਾਲੇ ਲੋਕ ਨੇ, ਜਿਹੜੇ ਸਤਿਗੁਰ ਮਹਾਰਾਜ ਜੀ ਦੇ ਚਰਨਾਂ ਤੇ ਭਰੋਸਾ ਰੱਖਣਾ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸਭ ਤੋਂ ਪਹਿਲਾਂ ਫਿਰ ਮਾਲਵੇ ਦੇ ਵਿੱਚ ਲੱਖੀ ਜੰਗਲ ਜਾਂਦੇ ਨੇ। ਲੱਖੀ ਜੰਗਲ ਦੇ ਵਿੱਚ ਸਤਿਗੁਰ ਮਹਾਰਾਜ ਜੀ ਨੇ ਸੰਗਤ ਦਾ ਉਧਾਰ ਕੀਤਾ, ਸੰਗਤ ਦੇ ਅੰਦਰ ਦ੍ਰਿੜਤਾ ਪੈਦਾ ਕੀਤੀ। ਇੱਥੇ ਸਤਿਗੁਰ ਮਹਾਰਾਜ ਜੀ ਨੇ ਜਿਵੇਂ ਇਹ ਉਪਦੇਸ਼ ਦਿੱਤਾ ਹੈ ਕਿ ਪੈ ਕਾਹੂ ਕੋ ਦੇਤ ਨਹਿ, ਨਹਿ ਪੈ ਮਾਨ ਆਨਤ ਮਾਨ। ਸਤਿਗੁਰ ਮਹਾਰਾਜ ਜੀ ਨੇ ਇੰਨਾ ਕੁ ਜੀਵਨ ਜਿਹੜਾ ਸੀ ਉਹ ਡਰ ਰਹਿਤ ਕੀਤਾ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜਿਹੜਾ ਬੂਟਾ ਆਪਣੀ ਹਯਾਤੀ ਦੇ ਵਿੱਚ ਲਾ ਕੇ ਜਾਂਦੇ ਨੇ, ਉਹੀ ਬੂਟੇ ਨੂੰ ਬੂਰ ਉਦੋਂ ਵੀ ਪਿਆ ਜਿੱਦਣ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਚਮਕੌਰ ਦੀ ਗੜੀ ਨੂੰ ਛੱਡ ਕੇ ਲੱਖੀ ਜੰਗਲ ਵਿੱਚ ਆਏ। ਤੇ ਇਹਨਾਂ ਲੋਕਾਂ ਨੇ ਇੰਨਾ ਕੁ ਅੰਦਰ ਬਿਹਵਲਤਾ ਸੀ ਗੁਰੂ ਦੇ ਪ੍ਰੇਮ ਦੇ ਵਾਸਤੇ ਕਿ ਇਵੇਂ ਦੌੜ ਕਰਕੇ ਆਏ ਜਿਵੇਂ ਮਾਹੀ ਸੱਦ ਮਾਰਦਾ ਹੈ ਤੇ ਉਹ ਮੱਝਾਂ ਦੌੜ ਕਰਕੇ ਉਹਦੇ ਕੋਲ ਆ ਜਾਂਦੀਆਂ ਨੇ। ਤੇ ਸਤਿਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਦੇ ਇੱਕ ਸੁਨੇਹੇ ਦੇ ਵਾਸਤੇ, ਇੱਕ ਬਚਨ ਸੁਣਨ ਦੇ ਵਾਸਤੇ ਇਹ ਸੰਗਤਾਂ ਜਿਹੜੀਆਂ ਸੀ ਦੌੜ ਕਰਕੇ ਗੁਰੂ ਸਾਹਿਬ ਜੀ ਦੇ ਕੋਲ ਪਹੁੰਚ ਗਈਆਂ। ਸਤਿਗੁਰੂ ਮਹਾਰਾਜ ਲੱਖੀ ਜੰਗਲ ਤੋਂ ਹੁੰਦਿਆਂ ਹੋਇਆਂ, ਜਿਹਨੂੰ ਅੱਜ ਅਸੀਂ ਤਲਵੰਡੀ ਸਾਬੋ ਤਖਤ ਸ੍ਰੀ ਦਮਦਮਾ ਸਾਹਿਬ ਆਖਦੇ ਹਾਂ, ਇਸ ਅਸਥਾਨ ਦੇ ਉੱਚੇ ਪਹੁੰਚਦੇ ਨੇ। ਇਹ ਭਾਈ ਸਾਬੋ ਜਿਹੜਾ ਸੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਇਹ ਧਰਤੀ ਚਰਨ ਛੋਹ ਪ੍ਰਾਪਤ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਮੇਂ ਤੇ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ 'ਚ ਭਾਈ ਸਾਬੋ ਆਉਂਦਾ ਹੈ ਤੇ ਭਾਈ ਸਾਬੋ ਦੇ ਨਾਂ ਤੇ ਇਸ ਨਗਰ ਨੂੰ ਤਲਵੰਡੀ ਸਾਬੋ ਕੀ ਕਹਿੰਦੇ ਨੇ। ਸਾਬੋ ਕੀ ਤਲਵੰਡੀ, ਤਲਵੰਡੀ ਸਾਬੋ ਕੀ। ਇਹ ਭਾਈ ਸਾਬੋ ਦੇ ਨਾਂ ਤੇ ਇਹ ਨਗਰ ਜਿਹੜਾ ਹੈ ਇਹ ਵਸਿਆ। ਭਾਈ ਸਾਬੋ ਕੇ ਪਰਿਵਾਰ ਦੇ ਵਿੱਚੋਂ ਭਾਈ ਡੱਲਾ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਆਇਆ। ਇਹ ਭਾਈ ਡੱਲਾ ਉਹੀ ਸੀ ਜਿਹਨੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਤਲਵੰਡੀ ਸਾਬੋ ਪਹੁੰਚੇ ਸਨ ਤੇ ਸਤਿਗੁਰੂ ਮਹਾਰਾਜ ਨੂੰ ਬੜੇ ਦਾਅਵੇ ਕੀਤੇ, ਮਹਾਰਾਜ ਤੁਸੀਂ ਚਮਕੌਰ, ਤੁਹਾਨੂੰ ਆਨੰਦਪੁਰ ਨਾ ਛੱਡਣਾ ਪੈਂਦਾ ਜੇਕਰ ਤੁਸੀਂ ਡੱਲੇ ਨੂੰ ਯਾਦ ਕਰਦੇ। ਮੇਰੇ ਤੋਂ ਬਹੁਤ ਫੌਜ ਸੀ, ਮੇਰੇ ਤੋਂ ਬੜੇ ਜਵਾਨ ਪਠਾਨ ਫੌਜ ਦੇ ਵਿੱਚ ਸੀ ਮਹਾਰਾਜ, ਜੇ ਆਨੰਦਪੁਰ ਸਾਹਿਬ ਵੀ ਛੱਡ ਦਿੱਤਾ ਸੀ ਮੈਨੂੰ ਯਾਦ ਕਰ ਦਿਓ, ਤੁਹਾਨੂੰ ਚਮਕੌਰ ਦੀ ਗੜੀ ਦੇ ਵਿੱਚੋਂ ਛੱਡਣ ਦੀ ਲੋੜ ਨਹੀਂ ਸੀ ਪੈਣੀ, ਇਹ ਦੁਸ਼ਮਣਾਂ ਦੇ ਆਹੂ ਲਾ ਦਿੰਦੇ। ਮਹਾਰਾਜ ਨੇ ਫਿਰ ਬਥੇਰਾ ਸਮਝਾਇਆ, ਭਾਈ ਡੱਲਿਆ ਚਲੋ ਹੁਕਮ ਹੈ ਕਰਤਾਰ ਦਾ। ਕਹਿਣਾ ਨਹੀਂ ਮਹਾਰਾਜ, ਸੱਚੀ ਮੇਰੇ ਤੋਂ ਫੌਜੀ, ਮੇਰੇ ਜਵਾਨ, ਮੇਰੇ ਸਿਪਾਹੀ। ਇੱਕ ਦਿਨ ਇੱਕ ਸਿੱਖ ਜਿਹੜਾ ਸੀ ਉਹ ਬੜੀ ਸੋਹਣੀ ਬੰਦੂਕ ਲਿਆ ਕਰਕੇ ਉਹਨੇ ਸਤਿਗੁਰੂ ਮਹਾਰਾਜ ਨੂੰ ਭੇਟਾ ਕੀਤੀ। ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਨੂੰ ਬੰਦੂਕ ਲਿਆ ਕੇ ਜਦੋਂ ਭੇਟਾ ਕੀਤੀ ਤੇ ਮਹਾਰਾਜ ਕੋਈ ਵੀ ਸ਼ਸਤਰ ਜਿਹੜਾ ਸੀ ਉਹਨੂੰ ਬਿਨਾਂ ਵਰਤੇ ਤੇ ਬਿਨਾਂ ਪਰਖੇ ਉਹਨੂੰ ਤੋਸ਼ੋਖਾਨੇ 'ਚ ਨਹੀਂ ਸੀ ਰੱਖਦੇ, ਕਿਉਂਕਿ ਕੱਲ੍ਹ ਨੂੰ ਜਦੋਂ ਸ਼ਸਤਰ ਚਲਾਉਣਾ ਪਵੇ ਤੇ ਉਹ ਚੱਲੇ ਨਾ ਤੇ ਉਹਦਾ ਫਾਇਦਾ ਕੋਈ ਨਹੀਂ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਪਹਿਲੋਂ ਉਸ ਸ਼ਸਤਰ ਨੂੰ ਪਰਖਦੇ ਸੀ ਤੇ ਫਿਰ ਉਹਨੂੰ ਆਪਣੇ ਕੋਲ ਰੱਖਣਾ। ਮਹਾਰਾਜ ਜੀ ਨੇ ਭਾਈ ਡੱਲੇ ਨੂੰ ਕਿਹਾ, ਭਾਈ ਡੱਲਿਆ ਕਿਸੇ ਆਪਣੇ ਜਵਾਨ ਨੂੰ ਸੱਦ ਕੇ ਲਿਆ ਤੇ ਅਸੀਂ ਇਸ ਬੰਦੂਕ ਦੀ ਪਰਖ ਕਰਨੀ ਹੈ। ਭਾਈ ਡੱਲਾ ਆਪਣੇ ਸਿਪਾਹੀਆਂ ਦੇ ਕੋਲ ਗਿਆ, ਉਹਨਾਂ ਨੂੰ ਕਿਹਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪਰਖ ਕਰਨੀ ਹੈ ਬੰਦੂਕ ਦੀ ਤੇ ਕੋਈ ਆਓ ਆਪਣਾ ਸੀਨਾ ਭੇਟ ਕਰੋ। ਸਾਰਿਆਂ ਨੇ ਸਿਰ ਫੇਰ ਦਿੱਤੇ, ਕਹਿੰਦੇ ਜੰਗ ਦਾ ਮੈਦਾਨ ਹੋਵੇ, ਸਾਹਮਣੇ ਦੁਸ਼ਮਣ ਹੋਵੇ, ਫਿਰ ਤਾਂ ਅਸੀਂ ਲੜਦੇ ਤੇ ਮਰਦੇ ਵੀ ਚੰਗੇ ਲੱਗਦੇ ਹਾਂ, ਐਵੇਂ ਅਨਿਆਈ ਮੌਤ ਮਰਨ ਨੂੰ ਕੌਣ ਤਿਆਰ ਹੋਵੇ। ਜਦੋਂ ਵਾਪਸ ਨਿਰਾਸ਼ ਜਿਹਾ ਹੋ ਕੇ ਆਇਆ, ਕੋਈ ਨਾਂ ਨਾਲ ਤੁਰਿਆ ਤੇ ਸਤਿਗੁਰੂ ਮਹਾਰਾਜ ਕਹਿੰਦੇ ਤੇਰੇ ਕਿੱਥੇ ਜਵਾਨ ਜਿਨ੍ਹਾਂ ਦੇ ਵਾਸਤੇ ਤੂੰ ਇੰਨੀਆਂ ਗੱਲਾਂ ਕਰਦਾ ਸੀ ਕਿ ਮੇਰੇ ਜਵਾਨ ਮੈਨੂੰ ਬੁਲਾਉਂਦੇ। ਸਤਿਗੁਰੂ ਮਹਾਰਾਜ ਕਹਿੰਦੇ ਨੇ ਡੱਲਿਆ ਆਇਆ ਕਿਉਂ ਨਹੀਂ ਮਹਾਰਾਜ, ਉਹ ਨਹੀਂ ਆਉਂਦੇ। ਤੇ ਸਤਿਗੁਰੂ ਮਹਾਰਾਜ ਕਹਿੰਦੇ ਡੱਲਿਆ ਫਿਰ ਤੂੰ ਖੜਾ ਹੋ ਜਾ, ਹੱਥ ਜੇ ਜੋੜ ਕੇ ਕਹਿੰਦਾ ਨਹੀਂ ਮਹਾਰਾਜ ਮੈਂ ਕਿਵੇਂ। ਫਿਰ ਸਤਿਗੁਰੂ ਮਹਾਰਾਜ ਮੁਸਕਰਾ ਕੇ ਕਹਿੰਦੇ ਨੇ ਹੁਣ ਜਿਨ੍ਹਾਂ ਨੇ ਸਾਡੇ ਨਾਲ ਕੁਰਬਾਨੀਆਂ ਕੀਤੀਆਂ ਤੂੰ ਉਹਨਾਂ ਦੇ ਹੌਸਲੇ ਪਰਖਣਾ ਚਾਹੁੰਦਾ ਸਾ ਨਾ, ਜਾ ਕੇ ਸਿੱਖਾਂ ਨੂੰ ਕਿਸੇ ਖਾਸ ਨੂੰ ਕਹਿਣ ਦੀ ਲੋੜ ਨਹੀਂ, ਜਾ ਕੇ ਆਵਾਜ਼ ਹੀ ਦੇ ਦੀ ਕਿ ਗੁਰੂ ਸਾਹਿਬ ਨੇ ਨਿਸ਼ਾਨਾ ਪਰਖਣਾ, ਕੋਈ ਆ ਕੇ ਸੀਨਾ ਭੇਟ ਕਰੇ। ਇਹਨੇ ਡੱਲੇ ਨੇ ਜਾ ਕੇ ਬਾਹਰ ਆਵਾਜ਼ ਦਿੱਤੀ। ਭਾਈ ਵੀਰ ਸਿੰਘ ਤੇ ਭਾਈ ਧੀਰ ਸਿੰਘ ਇਹਨਾਂ ਨੇ ਸੁਣਿਆ। ਇੱਕ ਸਿੰਘ ਉਸ ਵੇਲੇ ਆਟਾ ਗੁੰਨਦਾ ਪਿਆ ਸੀ ਤੇ ਦੂਸਰਾ ਦਸਤਾਰ ਸਜਾਉਂਦਾ ਪਿਆ ਸੀ। ਇਹ ਉਸੇ ਤਰ੍ਹਾਂ ਹੱਥ ਲਿਬੜੇ ਨੇ ਆਟੇ ਦੇ ਨਾਲ, ਉਹ ਵੀ ਦੌੜਿਆ।
ਦੂਸਰਾ ਦਸਤਾਰ ਬੰਨ੍ਹਦਾ ਹੋਇਆ ਸੀ, ਉਵੇਂ ਹੀ ਦਸਤਾਰ ਬੰਨ੍ਹਦਾ ਹੋਇਆ ਦੌੜ ਕੇ ਸਤਿਗੁਰੂ ਮਹਾਰਾਜ ਜੀ ਦੇ ਸਾਹਮਣੇ ਆ ਕੇ ਖੜੇ ਹੋ ਗਏ। ਹੁਣ ਦੋਨੋਂ ਇੱਕ ਦੂਜੇ ਦੇ ਅੱਗੇ ਹੋਈ ਜਾਂਦੇ ਨੇ। ਜੇ ਮਹਾਰਾਜ ਬੰਦੂਕ ਸੱਜੇ ਕਰਦੇ ਨੇ ਤੇ ਦੋਨੇ ਸੱਜੇ ਪਾਸੇ ਹੋ ਜਾਂਦੇ ਨੇ, ਜੇ ਖੱਬੇ ਕਰਦੇ ਨੇ ਤੇ ਦੋਨੋਂ ਖੱਬੇ ਪਾਸੇ ਹੋ ਜਾਂਦੇ ਨੇ। ਸਤਿਗੁਰੂ ਮਹਾਰਾਜ ਨੇ ਦੋਨਾਂ ਨੂੰ ਖਿਲਾਰ ਦਿੱਤਾ, ਹੁਕਮ ਕੀਤਾ ਕਿ ਦੋਨੋਂ ਖੜੇ ਹੋ ਜਾਓ। ਦੋਨੋਂ ਖੜੇ ਹੋਏ ਤੇ ਸਤਿਗੁਰੂ ਮਹਾਰਾਜ ਨੇ ਬੰਦੂਕ ਦੀ ਗੋਲੀ ਜਿਹੜੀ ਸੀ ਉੱਪਰ ਦੀ ਕੱਢ ਦਿੱਤੀ। ਡੱਲਾ ਕਹਿੰਦਾ ਮਹਾਰਾਜ ਜੇ ਇਸ ਤਰ੍ਹਾਂ ਹੀ ਕਰਨਾ ਸੀ ਤੇ ਮੈਂ ਵੀ ਹਾਜ਼ਰ ਸੀ। ਸਤਿਗੁਰੂ ਮਹਾਰਾਜ ਕਹਿੰਦੇ ਤੈਨੂੰ ਤੇ ਕਿਹਾ ਸੀ ਤੇ ਤੇਰਾ ਪਰ ਗੁਰੂ ਤੇ ਭਰੋਸਾ ਨਹੀਂ ਜਾਗਿਆ। ਆ ਦੇਖ ਸਿੱਖਾਂ ਦਾ ਭਰੋਸਾ ਆਪਣੀ ਜਾਨ ਵਾਰਨ ਵਾਸਤੇ ਗੁਰੂ ਤੋਂ ਕਿਵੇਂ ਕੁਰਬਾਨ ਜਾਂਦੇ ਨੇ, ਕਿਵੇਂ ਤਿਆਰ ਰਹਿੰਦੇ ਨੇ। ਇਹ ਭਾਈ ਡੱਲਾ ਫਿਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਤਲਵੰਡੀ ਸਾਬੋ ਦੇ ਅਸਥਾਨ ਤੇ ਇਹ ਉੱਥੇ ਵੀ ਮਿਲਿਆ। ਸਤਿਗੁਰੂ ਮਹਾਰਾਜ ਜੀ ਨੇ ਉੱਥੇ ਇੱਕ ਨੀਵੇਂ ਜੇ ਟਿੱਬੇ ਦੇ ਉੱਤੇ ਸਤਿਗੁਰੂ ਮਹਾਰਾਜ ਜੀ ਨੇ ਚੌਂਕੜਾ ਲਾਉਣਾ ਕੀਤਾ। ਇੱਕ ਉੱਚਾ ਟਿੱਬਾ ਵੀ ਕੋਲ ਏ ਤੇ ਸਿੱਖ ਸੰਗਤ ਆਖਦੀ ਹੈ ਕਿ ਸਤਿਗੁਰੂ ਮਹਾਰਾਜ ਜੀ ਆਪ ਉੱਚੇ ਟਿੱਬੇ ਤੇ ਬਿਰਾਜਮਾਨ ਕਿਉਂ ਨਹੀਂ ਹੋਏ, ਨੀਵੇਂ ਟਿੱਬੇ ਨੂੰ ਹੀ ਕਿਉਂ ਚੁਣਿਆ। ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਉੱਚੇ ਟਿੱਬੇ ਵਾਲਾ ਵੀ ਆਵੇਗਾ ਤੇ ਉਹ ਇੱਥੇ ਬਿਰਾਜਮਾਨ ਵੀ ਹੋਵੇਗਾ। ਇਸ ਅਸਥਾਨ ਦੇ ਉੱਪਰ ਇੱਕ ਬਹੁਤ ਭਾਰੀ ਤੀਰਥ ਅਸਥਾਨ ਬਣੇਗਾ। ਇਹ ਗੁਰੂ ਕੀ ਕਾਸ਼ੀ ਬਣੇਗੀ। ਇੱਥੋਂ ਲੋਕ ਵਿੱਦਿਆ ਪ੍ਰਾਪਤ ਕਰਿਆ ਕਰਨਗੇ। ਸਤਿਗੁਰੂ ਮਹਾਰਾਜ ਜੀ ਨੇ ਇਸ਼ਾਰਾ ਜਿਵੇਂ ਕਰ ਦਿੱਤਾ ਕਿ ਕੱਲ੍ਹ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਉਣਾ ਤੇ ਇੰਨੇ ਸਿੱਖਾਂ ਦਾ ਤਖਤ ਬਣਨਾ ਹੈ। ਸਤਿਗੁਰੂ ਮਹਾਰਾਜ ਫਿਰ ਇੱਕ ਤਲਾਬ ਹੈ ਤੇ ਉਹਦੇ ਕੰਢੇ ਤੇ ਪੁਰਾਤਨ ਬੇੜੀ ਏ। ਪੁਰਾਤਨ ਬੇਰੀ ਦੇ ਥੱਲੇ ਸਤਿਗੁਰੂ ਮਹਾਰਾਜ ਜੀ ਬਿਰਾਜੇ। ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਵੀ ਉਸ ਜਗ੍ਹਾ ਦੇ ਉੱਪਰ ਚਰਨ ਪਏ ਸਨ। ਸਤਿਗੁਰੂ ਮਹਾਰਾਜ ਨੇ ਸਿੱਖਾਂ ਨੂੰ ਹੁਕਮ ਕੀਤਾ ਕਿ ਇਸ ਤਲਾਬ ਦੀ ਕਾਰ ਬਾਹਰ ਕੱਢੀ ਜਾਏ, ਭਾਵ ਕਿ ਉਹਦੀ ਸੇਵਾ ਕੀਤੀ ਜਾਏ, ਗਾਰ ਬਾਹਰ ਕੱਢੀ ਜਾਏ। ਸਤਿਗੁਰੂ ਮਹਾਰਾਜ ਜੀ ਦੇ ਮੋਢੇ ਦੇ ਉੱਪਰ ਬੜਾ ਕੀਮਤੀ ਦੁਸ਼ਾਲਾ ਹੈ ਤੇ ਸਤਿਗੁਰੂ ਮਹਾਰਾਜ ਉਸ ਦੁਸ਼ਾਲੇ ਦੇ ਨਾਲ ਹੀ ਕਾਰ ਬਾਹਰ ਕੱਢਣੀ ਸ਼ੁਰੂ ਕੀਤੀ। ਸਿੱਖਾਂ ਨੇ ਕਿਹਾ ਮਹਾਰਾਜ ਦੁਸ਼ਾਲਾ ਬੜਾ ਕੀਮਤੀ ਸੀ। ਸਤਿਗੁਰੂ ਮਹਾਰਾਜ ਕਹਿੰਦੇ ਨੇ ਦੁਸ਼ਾਲੇ ਤੋਂ ਜ਼ਿਆਦਾ ਇਹ ਸਰੋਵਰ ਕੀਮਤੀ ਹੈ। ਦੇਖਦਿਆਂ ਉਹ ਤਲਾਬ ਸਰੋਵਰ ਦਾ ਰੂਪ ਧਾਰਨ ਕਰ ਗਿਆ। ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਢਾਲਾਂ ਦੇ ਨਾਲ ਸਿੱਖਾਂ ਤੋਂ ਕਾਰ ਕਢਵਾਈ। ਸਤਿਗੁਰੂ ਮਹਾਰਾਜ ਪਾਤਸ਼ਾਹ ਉੱਥੇ ਬਿਰਾਜੇ। ਇੱਥੇ ਹੀ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੂੰ ਭਾਈ ਜਗਤਾ ਜੀ ਨੇ ਬੇਨਤੀ ਕੀਤੀ ਸੀ, ਸਤਿਗੁਰੂ ਮਹਾਰਾਜ ਦਾਸ ਦੇ ਘਰ ਵੀ ਬਿਰਾਜੋ, ਇੱਕ ਰਾਤ ਟਿਕੋ। ਸਤਿਗੁਰੂ ਮਹਾਰਾਜ ਜੀ ਭਾਈ ਜਗਤੇ ਦੇ ਘਰ ਦੇ ਵਿੱਚ ਟਿਕੇ, ਇੱਕ ਰਾਤ ਦੇ ਵਾਸਤੇ ਗਏ। ਸਤਿਗੁਰੂ ਮਹਾਰਾਜ ਜੀ ਦਾ ਬਾਹਰ ਘੋੜਾ ਵੱਜਾ ਏ, ਧਾੜ ਵੀ ਆਏ। ਉਹ ਘੋੜਾ ਚਰਾਉਣ ਲੱਗੇ ਤੇ ਕੀ ਦੇਖਦੇ ਨੇ ਕਿ ਦੋ ਸ਼ੇਰ ਜਿਹੜੇ ਸੀ ਉਹ ਤਲਾਬ 'ਚੋਂ ਇਸ਼ਨਾਨ ਕਰਕੇ ਬਾਹਰ ਨਿਕਲੇ। ਇਹ ਦੋਨਾਂ ਚੋਰਾਂ ਨੇ ਦੇਖਿਆ ਘੋੜਾ ਤਾਂ ਚੁਰਾ ਕੇ ਲੈ ਗਏ, ਪਰ ਮਨ ਦੇ ਵਿੱਚ ਉਹ ਸ਼ੇਰ ਜਿਹੜੇ ਦੇਖੇ ਸਨ, ਗੁਰੂ ਦੀ ਅਜ਼ਮਤ ਦੇਖ ਲਈ। ਉਹ ਸ਼ੇਰ ਦੇਖੇ ਤੇ ਉਸ ਸ਼ੇਰ ਦੇ ਕਰਕੇ ਜਿਹੜਾ ਸੀ ਅੰਦਰ ਡਰ ਤੇ ਭੈ ਪੈਦਾ ਹੋ ਗਿਆ। ਇਹ ਫਿਰ ਜਿਹੜੇ ਸੀ ਇਹ ਦੋਨੋਂ ਬੜੇ ਡਰੇ, ਬੜੇ ਘਬਰਾਏ ਤੇ ਆਪਣੇ ਆਪ ਨੂੰ ਸਤਿਗੁਰੂ ਮਹਾਰਾਜ ਜੀ ਦੇ ਸਾਹਮਣੇ ਪੇਸ਼ ਕਰ ਦਿੱਤਾ। ਗੁਰੂ ਤੇਗ ਬਹਾਦਰ ਮਹਾਰਾਜ ਇੱਥੇ ਤਲਵੰਡੀ ਸਾਬੋ ਦੇ ਅਸਥਾਨ ਤੇ 9 ਦਿਨ ਮਹਾਰਾਜ ਜੀ ਨੇ ਟਿਕਾਣਾ ਕੀਤਾ ਤੇ ਸਤਿਗੁਰੂ ਮਹਾਰਾਜ ਪਾਤਸ਼ਾਹ ਫਿਰ ਇੱਥੋਂ ਜਦੋਂ ਤੁਰੇ ਤੇ ਜਿੱਥੇ ਗੁਰਦੁਆਰਾ ਸੂਲੀਸਰ ਹੈ, ਇਹ ਚੋਰ ਦੋਨੋਂ ਹੀ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਆ ਕੇ ਹਾਜ਼ਰ ਹੋਏ। ਬੜੇ ਸ਼ਰਮਿੰਦੇ ਹੋਏ ਕਿ ਮਹਾਰਾਜ ਅਸੀਂ ਆਪ ਜੀ ਦਾ ਘੋੜਾ ਚਰਾਉਣ ਦਾ ਯਤਨ ਕੀਤਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ। ਸਤਿਗੁਰੂ ਮਹਾਰਾਜ ਜੀ ਨੇ ਤਰਸ ਇੱਥੇ ਕੀਤਾ, ਮਹਾਰਾਜ ਜੀ ਨੇ ਬਖਸ਼ਿਆ, ਕਿਉਂਕਿ ਇਤਿਹਾਸ ਕਹਿੰਦਾ ਹੈ ਕਿ ਗੁਰੂ ਕਦੀ ਵੀ ਬੁਰੇ ਨਹੀਂ ਬੋਲ ਸਕਦਾ, ਕੌੜਾ ਬੋਲ ਨਾ ਜਾਣੇ। ਬਾਣੀ ਦੇ ਬਚਨ ਨੇ ਸਤਿਗੁਰੂ ਜਿਹੜਾ ਹੈ ਉਹ ਮਿੱਠ ਬੋਲੜਾ ਹੈ, ਉਹ ਕੌੜਾ ਬੋਲ ਨਹੀਂ ਬੋਲਦਾ। ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ ਹੋ ਸੰਮਲ ਥਕੀ ਜੀ, ਉਹ ਕਦੇ ਨਾ ਬੋਲੇ ਕੌੜਾ। ਮਹਾਰਾਜ ਕਹਿੰਦੇ ਨੇ ਉਹ ਤਾਂ ਕੌੜਾ ਕਦੇ ਵੀ ਨਹੀਂ ਬੋਲਦਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਉੱਤੇ ਧੀਰਮਲ ਗੋਲੀ ਚਲਾਉਂਦਾ ਹੈ ਤੇ ਸਤਿਗੁਰੂ ਮਹਾਰਾਜ ਉਦੋਂ ਵੀ ਇਹੀ ਆਖਦੇ ਨੇ ਕਿ ਭਲੇ ਧੀਰਮਲ ਭਲੇ ਜੀ। ਮਹਾਰਾਜ ਨੇ ਧੀਰਮਲ ਨੂੰ ਉਦੋਂ ਵੀ ਭਲਾ ਕਿਹਾ ਤੇ ਸਤਿਗੁਰੂ ਮਹਾਰਾਜ ਹੁਣ ਕਿਵੇਂ ਬਚਨ ਜਿਹੜੇ ਕੌੜੇ ਬੋਲਣਗੇ। ਸਤਿਗੁਰੂ ਮਹਾਰਾਜ ਜੀ ਦੇ ਸਾਹਮਣੇ ਫਿਰ ਉਹ ਜਿਹੜਾ ਚੋਰ ਸੀ, ਇੱਕ ਨੇ ਬਿਲਕੁਲ ਉਸ ਦਰਖਤ ਦੀ ਤਿੱਖੀ ਜੀ ਉਹਦੀ ਸੂਲ ਬਣਾਈ ਤੇ ਆਪਣੇ ਪੇਟ ਦੇ ਵਿੱਚ ਮਾਰਨੀਆਂ ਸ਼ੁਰੂ ਕੀਤੀਆਂ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਉਹਨੂੰ ਰੋਕ ਕੇ ਕਿਹਾ ਕਿ ਸਭ ਤੋਂ ਵੱਡਾ ਜਿਹੜਾ ਦਾਨ ਹੈ
ਉਹ ਖਿਮਾ ਦਾ ਦਾਨ ਹੈ ਤੇ ਅਸੀਂ ਤੈਨੂੰ ਖਿਮਾ ਕੀਤੀ ਹੈ। ਸਤਿਗੁਰੂ ਮਹਾਰਾਜ ਕਹਿੰਦੇ ਨੇ ਪਛਤਾਤਾਪ ਵਰਗਾ ਹੋਰ ਕੋਈ ਜਿਹੜੀ ਸਜ਼ਾ ਨਹੀਂ, ਜਿਹਨੇ ਆਪਣੇ ਆਪ ਦੇ ਵਿੱਚ ਪਛਤਾਤਾਪ ਕਰ ਲਿਆ ਹੈ। ਸਤਿਗੁਰੂ ਮਹਾਰਾਜ ਕਹਿੰਦੇ ਨੇ ਸਮਝੋ ਉਹਨੇ ਆਪਣੇ ਜੀਵਨ ਨੂੰ ਧੋ ਕੇ ਰੱਖ ਦਿੱਤਾ। ਸਤਿਗੁਰੂ ਮਹਾਰਾਜ ਜੀ ਨੇ ਇੱਕ ਨੂੰ ਤਾਂ ਮਾਫ ਕੀਤਾ, ਦੂਸਰਾ ਚੋਰ ਜਿਹੜਾ ਸੀ ਉਹਨੇ ਥੱਲੇ ਸੂਲਾਂ ਵਸਾ ਕਰਕੇ ਤੇ ਸੂਲਾਂ ਦੀ ਸੇਜ ਦੇ ਉੱਤੇ ਲੇਟਿਆ ਤੇ ਜਿੰਦੇ ਕਰਕੇ ਉਹਦੀ ਮੌਤ ਹੋਈ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦਾ ਫਿਰ ਇੱਥੇ ਉਹ ਅਸਥਾਨ ਹੈ ਗੁਰਦੁਆਰਾ ਸੂਲੀਸਰ। ਇਸ ਅਸਥਾਨ ਦੇ ਉੱਤੇ ਸਤਿਗੁਰੂ ਮਹਾਰਾਜ ਨੇ ਉਹਨਾਂ ਧਾੜਵੀਆਂ ਦਾ ਉਧਾਰ ਵੀ ਕੀਤਾ ਹੈ। ਔਰ ਮਾਲਵੇ ਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਤਲਵੰਡੀ ਸਾਬੋ ਦਾ ਜਿਹੜਾ ਬੂਹਾ ਹੈ ਉਹ ਗੁਰਦੁਆਰਾ ਸੂਲੀਸਰ ਹੈ। ਜਿੰਨੀ ਦੇਰ ਤੱਕ ਕੋਈ ਸੂਲੀਸਰ ਦੇ ਦਰਸ਼ਨ ਨਹੀਂ ਕਰ ਲੈਂਦਾ, ਕਹਿੰਦੇ ਉਹਦੀ ਯਾਤਰਾ ਜਿਹੜੀ ਹੈ ਉਨੀ ਦੇਰ ਤੱਕ ਮੁਕੰਮਲ ਨਹੀਂ ਹੁੰਦੀ। ਸੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਸੇ ਤਰ੍ਹਾਂ ਉਧਾਰ ਕੀਤਾ। ਮਹਾਰਾਜ ਜੀ ਨੇ ਅਨੇਕਾਂ ਜਿਹੜੇ ਸਨ ਕੌਤਕ ਕੀਤੇ। ਉਧਾਰ ਕਰਦਿਆਂ ਹੋਇਆਂ ਸਤਿਗੁਰੂ ਮਹਾਰਾਜ ਜੀ ਨੇ ਬਾਣੀ ਦਾ, ਸੱਚ ਧਰਮ ਦਾ ਉਪਦੇਸ਼ ਜਿਹੜਾ ਸੀ ਉਹ ਦੇਣਾ ਕੀਤਾ। ਤੇ ਸਤਿਗੁਰੂ ਮਹਾਰਾਜ ਪਾਤਸ਼ਾਹ ਜਿਹੜਾ ਵੀ ਸ਼ਰਨ ਦੇ ਵਿੱਚ ਗੁਰੂ ਦੇ ਵਿੱਚ ਆ ਜਾਵੇ, ਭਾਵੇਂ ਉਹਦਾ ਜੀਵਨ ਕੈਸਾ ਵੀ ਹੋਵੇ, ਇਤਿਹਾਸ ਪੜ੍ਹ ਕੇ ਦੇਖੋ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਮੇਂ ਤੇ ਸਿੱਖ ਹੋਏ ਬਾਬਾ ਬਿਧੀ ਚੰਦ ਸਾਹਿਬ ਜੀ, ਪਰ ਪਹਿਲੋਂ ਇਹਨਾਂ ਦਾ ਕੰਮ ਸੀ ਕਿ ਦਿਨ ਦਿਹਾੜੇ ਚੋਰੀਆਂ ਕਰ ਲੈਣੀਆਂ, ਦਿਨ ਦਿਹਾੜੇ ਲੁੱਟ ਲੈਣਾ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੀ ਜਿਸ ਦਿਨ ਸ਼ਰਨ ਦੇ ਵਿੱਚ ਆਏ, ਉਸ ਦਿਨ ਵੀ ਕਿਸੇ ਦੀਆਂ ਮੱਝਾਂ ਚੋਰੀ ਕਰਕੇ ਭੱਜੇ ਸੀ। ਚੋਲੇ ਨਗਰ ਦੇ ਅੰਦਰ ਲਾਗੇ ਹੀ ਕਿਸੇ ਦੀਆਂ ਮੱਝਾਂ ਚੋਰੀਆਂ ਕੀਤੀਆਂ ਤੇ ਮੱਝਾਂ ਚੋਰੀਆਂ ਕਰਕੇ ਜਦੋਂ ਦੌੜੇ ਤੇ ਪਿੰਡ ਵਾਲੇ ਲੋਕ ਜਿਹੜੇ ਸੀ ਪਿੱਛੇ ਲੱਗ ਗਏ। ਰਸਤੇ ਦੇ ਵਿੱਚ ਇੱਕ ਸਿੱਖ ਦੀ ਜਿਹੜੀ ਕੁਟੀਆ ਦੇਖੀ ਤੇ ਉਸ ਕੁਟੀਆ ਦੇ ਵਿੱਚ ਜਾ ਕੇ ਪਨਾਹ ਲਈ, ਬੇਨਤੀ ਕੀਤੀ, ਸੱਚ ਦੱਸ ਦਿੱਤਾ ਕਿ ਮੈਂ ਚੋਰ ਹਾਂ, ਚੋਰੀ ਕਰਕੇ ਭੱਜਿਆ। ਤੇ ਸਿੱਖ ਨੇ ਕਿਹਾ ਕਿ ਕੋਈ ਗੱਲ ਨਹੀਂ, ਤੂੰ ਚੋਰੀ ਕਰਕੇ ਭੱਜਿਆ, ਪਰ ਜੇਕਰ ਅੱਜ ਤੂੰ ਪਛਤਾਤਾਪ ਕਰ ਲਵੇਂ, ਅੱਜ ਹੀ ਤੇਰੇ ਜੀਵਨ ਦਾ ਉਧਾਰ ਹੋ ਜਾਵੇਗਾ। ਪਛਤਾਤਾਪ ਕੀਤਾ ਕਿ ਨਹੀਂ, ਅੱਗੇ ਤੋਂ ਮੈਂ ਇਸ ਤਰ੍ਹਾਂ ਦਾ ਕੋਈ ਕਰਮ ਨਹੀਂ ਕਰਾਂਗਾ। ਪਛਤਾਤਾਪ ਬੇਨਤੀ ਕੀਤੀ। ਭਾਈ ਸਾਹਿਬ ਹੋਣਾ ਨੇ ਆਪਣੇ ਸਨਮੁਖ ਬਿਠਾ ਲਿਆ। ਸਨਮੁਖ ਬੈਠਾ ਬਾਣੀ ਨਾਮ ਜਪਣਾ ਸ਼ੁਰੂ ਕੀਤਾ। ਪਿੰਡ ਵਾਲੇ ਆਏ ਤੇ ਦੇਖਿਆ ਕਿ ਮੱਝਾਂ ਤੇ ਛੱਪੜ ਦੇ ਵਿੱਚ ਨੇ ਤੇ ਚੋਰ ਕਿਤੇ ਦਿਖਾਈ ਨਹੀਂ ਦਿੰਦਾ। ਤੇ ਜਦੋਂ ਆ ਕੇ ਭਾਈ ਸਾਹਿਬ ਹੋਣਾ ਨੂੰ ਪੁੱਛਿਆ ਕਿ ਇੱਥੇ ਤੁਸੀਂ ਕੋਈ ਚੋਰ ਤੇ ਨਹੀਂ ਦੇਖਿਆ, ਉਹਨਾਂ ਪੁੱਛਿਆ ਕਿ ਕਾਰਨ ਕੀ, ਲੱਭਦੇ ਕੀ? ਉਹ ਕਹਿੰਦੇ ਜੀ ਸਾਡੀਆਂ ਮੱਝਾਂ ਚੋਰੀ ਹੋਈਆਂ ਸੀ, ਪਰ ਉਹ ਛੱਪੜ ਦੇ ਵਿੱਚ ਨੇ। ਤੇ ਭਾਈ ਸਾਹਿਬ ਕਹਿੰਦੇ ਤੁਹਾਡਾ ਸਮਾਨ ਲੱਭ ਗਿਆ ਤੇ ਤੁਸੀਂ ਚੋਰ ਤੋਂ ਕੀ ਲੈਣਾ, ਤੁਸੀਂ ਜਾਓ ਤੇ ਮੱਝਾਂ ਲੈ ਕੇ ਆਪਣੇ ਘਰਾਂ ਨੂੰ ਪਹੁੰਚੋ। ਉਸ ਦਿਨ ਤੋਂ ਬਾਅਦ ਵਿੱਚ ਬਾਬਾ ਬਿਧੀ ਚੰਦ ਜਿਹੜੇ ਸੀ ਉਹ ਗੁਰੂ ਘਰ ਨੂੰ ਇੰਨਾ ਕੁ ਸਮਰਪਣ ਹੋ ਗਏ ਕਿ ਉਹਨਾਂ ਨੇ ਸਮੁੱਚਾ ਜੀਵਨ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਅਰਪਣ ਕਰ ਦਿੱਤਾ। ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਹੁਕਮ ਦੇ ਅਨੁਸਾਰ ਜਦੋਂ ਸਿੱਖਾਂ ਨੇ ਦੁਸ਼ਾਲੇ ਕੀਮਤੀ ਭੇਟਾ ਕਰਨ ਵਾਸਤੇ ਆਏ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ, ਤੇ ਪੱਟੀ ਦੇ ਚੌਧਰੀਆਂ ਨੇ ਉਹ ਸਿੱਖਾਂ ਤੋਂ ਦੁਸ਼ਾਲੇ ਖੋਏ। ਤੇ ਬਾਬਾ ਬਿਧੀ ਚੰਦ ਸਾਹਿਬ ਜੀ ਉਹ ਦੁਸ਼ਾਲੇ ਲੈਣ ਵਾਸਤੇ ਪੱਟੀ ਜਾਂਦੇ ਨੇ। ਔਰਤ ਦਾ ਰੂਪ ਧਾਰਨ ਕੀਤਾ, ਦੁਸ਼ਾਲੇ ਉੱਥੋਂ ਲਏ। ਗੁਰਦੁਆਰਾ ਜਿੱਥੇ ਭੱਠ ਸਾਹਿਬ ਹੈ ਪੱਟੀ ਸ਼ਹਿਰ ਦੇ ਅੰਦਰ, ਉਸ ਭੱਠ ਦੇ ਵਿੱਚ ਵੀ ਬੈਠੇ, ਕਿਉਂਕਿ ਸਿਪਾਹੀ ਹਰ ਪਾਸੇ ਲੱਭਦੇ ਪਏ ਸਨ। ਤੇ ਜਦੋਂ ਸਤਿਗੁਰੂ ਮਹਾਰਾਜ ਜੀ ਦੇ ਸਨਮੁਖ ਪਹੁੰਚਦੇ ਹਨ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਪਏ। ਸਤਿਗੁਰੂ ਮਹਾਰਾਜ ਨੇ ਚੁੱਕ ਕਰਕੇ ਆਪਣੀ ਛਾਤੀ ਦੇ ਨਾਲ ਲਾ ਕੇ ਕਿਹਾ ਸੀ ਕਿ ਬਿਧੀ ਚੰਦ ਸੀਨਾ ਗੁਰੂ ਕਾ ਸੀਨਾ। ਬਿਧੀ ਚੰਦ ਨੂੰ ਆਪਣਾ ਸੀਨਾ ਕਹਿ ਕਰਕੇ ਨਿਵਾਜਿਆ ਹੈ। ਇਹ ਗੁਰੂ ਨਾਨਕ ਦਾ ਐਸਾ ਘਰ ਹੈ ਕਿ ਜਿਹੜਾ ਕੋਈ ਸ਼ਰਮ ਕਰਕੇ, ਪਛਤਾਤਾਪ ਕਰਕੇ, ਆਪਣੇ ਗੁਨਾਹਾਂ ਨੂੰ ਮੰਨ ਕਰਕੇ ਇੱਥੇ ਆ ਜਾਂਦਾ ਏ, ਸਤਿਗੁਰੂ ਮਹਾਰਾਜ ਉਹਦੇ 'ਤੇ ਕਿਰਪਾ ਕਰ ਦਿੰਦੇ ਨੇ, ਉਹਦਾ ਜੀਵਨ ਜਿਹੜਾ ਹੈ ਉਹ ਬਦਲ ਜਾਂਦਾ ਹੈ। ਸਤਿਗੁਰੂ ਮਹਾਰਾਜ ਜੀ ਦੇ ਘਰ ਦੇ ਵਿੱਚ ਭਾਵੇਂ ਭੂਮੀਆ ਚੋਰ ਆਇਆ, ਸਤਿਗੁਰੂ ਮਹਾਰਾਜ ਜੀ ਨੇ ਉਹਦਾ ਵੀ ਉਧਾਰ ਕੀਤਾ। ਗੁਰੂ ਨਾਨਕ ਦੇਵ ਮਹਾਰਾਜ ਨੇ ਆਪ ਤਰਸ ਕਰਕੇ ਸੱਜਣ ਠੱਗ ਨੂੰ ਸੱਜਣ ਬਣਾ ਦਿੱਤਾ, ਕੌਡੇ ਰਾਖਸ਼ ਨੂੰ ਕੌਡਾ ਸੰਤ ਬਣਾ ਦਿੱਤਾ। ਇਹ ਸਤਿਗੁਰੂ ਮਹਾਰਾਜ ਜੀ ਦੀ ਕਿਰਪਾ ਹੈ ਕਿ ਜਿਹੜਾ ਸ਼ਰਨ ਦੇ ਵਿੱਚ ਆਉਂਦਾ ਏ, ਸਤਿਗੁਰੂ ਮਹਾਰਾਜ ਉਹਦੇ ਜੀਵਨ ਨੂੰ ਫਿਰ ਗਲਤਾਨ ਨਹੀਂ ਹੋਣ ਦਿੰਦੇ। ਉਹਦੇ ਜੀਵਨ ਨੂੰ ਸਤਿਗੁਰੂ ਮਹਾਰਾਜ ਐਵੇਂ ਗਲਤਾਨ, ਐਵੇਂ ਜਿਹੜਾ ਹੈ ਇਹ ਕੁਕਰਮਾਂ ਦੀ ਅੱਗ ਦੇ ਵਿੱਚ ਨਹੀਂ ਸੜਨ ਦਿੰਦੇ। ਸਤਿਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ। ਇੱਥੇ ਫਿਰ ਭਾਈ ਜਗਤਾ ਦੇ ਘਰੋਂ ਜਿਹੜੇ ਘੋੜਾ ਚੋਰੀ ਕੀਤਾ ਸੀ ਇਹਨਾਂ ਚੋਰਾਂ ਨੇ, ਉਹ ਸੂਲੀਸਰ ਦੇ ਅਸਥਾਨ ਦੇ ਉੱਪਰ ਜਾ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੂੰ ਉਹ ਘੋੜਾ ਵੀ ਵਾਪਸ ਕੀਤਾ।
ਪਛਤਾਤਾਪ ਵੀ ਕੀਤਾ। ਇੱਕ ਚੋਰ ਨੇ ਤਾਂ ਆਪਣਾ ਜੀਵਨ ਬਚਾਇਆ ਗੁਰੂ ਦੇ ਅੱਗੇ ਪਛਤਾਤਾਪ ਕਰਕੇ, ਮੁਆਫੀ ਖਿਮਾ ਮੰਗ ਕਰਕੇ, ਤੇ ਦੂਸਰੇ ਚੋਰ ਨੇ ਇਸ ਅਸਥਾਨ ਦੇ ਉੱਪਰ ਆਪਣੇ ਪ੍ਰਾਣ ਤਿਆਗੇ, ਸੂਲਾਂ ਦੀ ਸੇਜ ਵਿਛਾ ਕਰਕੇ ਉਹਨੇ ਜੀਵਨ ਜਿਹੜਾ ਸੀ ਉਹ ਖਤਮ ਕਰ ਲਿਆ। ਸੋ ਇਹ ਸਤਿਗੁਰੂ ਮਹਾਰਾਜ ਜੀ ਦਾ ਪਾਵਨ ਇਤਿਹਾਸ ਹੈ, ਕਿਉਂਕਿ ਜਿਉਂ-ਜਿਉਂ ਅਸੀਂ ਸਤਿਗੁਰੂ ਮਹਾਰਾਜ ਜੀ ਦੇ ਜੀਵਨ ਨੂੰ ਪੜ੍ਹਾਂਗੇ, ਉਹਨੂੰ ਵਾਚਾਂਗੇ, ਤੇ ਇਹਦੇ ਵਿੱਚੋਂ ਸਾਡੇ ਜੀਵਨ ਦੇ ਵਾਸਤੇ ਵੀ ਕਈ ਸਿੱਖਿਆ ਪ੍ਰਾਪਤ ਹੋਣੀਆਂ ਨੇ। ਕਿਉਂਕਿ ਇਹ ਸਤਿਗੁਰੂ ਮਹਾਰਾਜ ਜੀ ਦੀ ਬਾਣੀ ਦੇ ਬਚਨ ਨੇ, ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੇ, ਕਿ ਜਿਹੜਾ ਗੁਰੂ ਨੇ ਉਪਦੇਸ਼ ਕਿਸੇ ਸਮੇਂ ਆਪਣੇ ਉਸ ਵੇਲੇ ਦੇ ਸਿੱਖਾਂ ਨੂੰ ਦਿੱਤਾ ਜਾਂ ਕਿਸੇ ਨੂੰ ਵੀ ਦਿੱਤਾ, ਭਾਵੇਂ ਉਹ ਸੱਜਣ ਠੱਗ ਨੂੰ, ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਉੱਜਲ ਕਹਿਹਾ ਚਿਲਕਣਾ ਘੋਟਮ ਕਾਲੜੀ ਮਸ, ਧੋਤਿਆਂ ਜੂਠ ਨਾ ਉਤਰੇ, ਜੇ ਸੋ ਧੋਵਾਂ ਤਿਸ ਸੱਜਣ ਸਹੀ ਨਾਲ ਮੈਂ ਚਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਿਸਨ। ਭਾਵੇਂ ਉਹ ਸ਼ਬਦ ਸੱਜਣ ਠੱਗ ਦੇ ਪ੍ਰਥਾਏ ਉਚਾਰਨ ਕੀਤਾ, ਪਰ ਸਤਿਗੁਰੂ ਮਹਾਰਾਜ ਜੀ ਦਾ ਉਹ ਸ਼ਬਦ ਸਦੀਵੀ ਹੈ। ਉਹ ਅੱਜ ਵੀ ਜਿਹੜੇ ਕੁਕਰਮਾਂ ਦੇ ਵਿੱਚ ਫਸੇ ਨੇ, ਜਿਹੜੇ ਬਾਹਰੋਂ ਧਰਮੀ ਆਪਣੇ ਆਪ ਨੂੰ ਅਖਵਾਉਂਦੇ ਨੇ ਤੇ ਅੰਦਰੋਂ ਜਿਹੜਾ ਹੈ ਪਾਪ ਕਮਾਉਂਦੇ ਪਏ ਨੇ, ਸਤਿਗੁਰੂ ਮਹਾਰਾਜ ਉਹਨਾਂ ਨੂੰ ਅੱਜ ਵੀ ਇਹਨਾਂ ਸ਼ਬਦਾਂ ਰਾਹੀਂ ਤਾੜਨਾ ਕਰਕੇ ਕਹਿੰਦੇ ਨੇ ਕਿ ਭਲਿਆ ਦੇਖ, ਤੇਰੇ ਅੰਦਰ ਨੂੰ ਰੱਬ ਜਾਣਦਾ ਈ, ਜੇ ਤੂੰ ਗੁਨਾਹ ਕਰੇਂਗਾ, ਜੇ ਤੂੰ ਕੁਕਰਮ ਕਮਾਏਂਗਾ, ਇਹ ਕੁਕਰਮ ਤੇਰੇ ਨਾਲ ਜਾਣਗੇ ਤੇ ਇਹਨਾਂ ਨੇ ਤੇਰਾ ਜੀਵਨ ਖਤਮ ਕਰ ਦੇਣਾ, ਤੈਨੂੰ ਸਜ਼ਾਵਾਂ ਦਾ ਭਾਗੀ ਬਣਾ ਦੇਣਾ ਹੈ। ਭਾਈ ਭਗਤ ਕਬੀਰ ਸਾਹਿਬ ਜੀ ਦੇ ਬਚਨ ਨੇ। ਭਗਤ ਕਬੀਰ ਸਾਹਿਬ ਕਹਿੰਦੇ ਨੇ, ਮਨ ਮੇਰੇ ਭੁੱਲੇ ਕਪਟ ਨਾ ਕੀਜੇ, ਅੰਤ ਨਬੇਰਾ ਤੇਰੇ ਜੀ ਪਹਿਲੀਜੇ। ਜੇ ਤੂੰ ਝੂਠ ਬੋਲੇਂਗਾ, ਕੁਕਰਮ ਕਮਾਏਂਗਾ, ਤੇ ਇਹ ਤੇਰੇ ਜੀਵਨ ਦਾ ਨੁਕਸਾਨ ਹੈ। ਅੰਤ ਵੇਲੇ ਇਹ ਸਮਾਂ ਜਿਹੜਾ ਹੈ ਇਹ ਤੇਰੇ ਉੱਪਰ ਜਿਹੜਾ ਹੈ ਨਿਬੇੜਿਆ ਜਾਣਾ ਹੈ। ਸੋ ਸਤਿਗੁਰੂ ਮਹਾਰਾਜ ਜੀ ਨੇ ਜੋ ਵੀ ਅਸੀਂ ਸਾਖੀ ਰੂਪ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਦੇ ਜੀਵਨ ਨੂੰ ਅਸੀਂ ਪੜ੍ਹਦੇ ਤੇ ਦਰਸ਼ਨ ਕਰਦੇ ਪਏ ਹਾਂ, ਇਹ ਸਤਿਗੁਰੂ ਮਹਾਰਾਜ ਜੀ ਦਾ ਜੀਵਨ ਅੱਜ ਅਸੀਂ ਆਪਣੇ ਉੱਪਰ ਢਾਲ ਕੇ ਦੇਖਣਾ ਕਿ ਮਹਾਰਾਜ ਕਿਤੇ ਸਾਡੇ ਕਰਮ ਵੀ ਤਾਂ ਐਵੇਂ ਦੇ ਨਹੀਂ, ਕਿਤੇ ਸੱਚੇ ਪਾਤਸ਼ਾਹ ਮਹਾਰਾਜ ਅਸੀਂ ਵੀ ਤਾਂ ਐਵੇਂ ਦੇ ਕਰਮ ਨਹੀਂ ਨਾ ਕਰਦੇ, ਕਿਤੇ ਮਹਾਰਾਜ ਅਸੀਂ ਵੀ ਤਾਂ ਐਵੇਂ ਚੋਰੀਆਂ ਠੱਗੀਆਂ ਜਾਂ ਐਵੇਂ ਦੇ ਕਰਮਾਂ ਦੇ ਵਿੱਚ ਦਿਨ ਤੇ ਨਹੀਂ ਬਤੀਤ ਕਰੀ ਜਾਂਦੇ। ਕਿਉਂਕਿ ਹਰ ਸਾਹ ਕੀਮਤੀ ਹੈ, ਹਰ ਸਵਾਸ ਕੀਮਤੀ ਹੈ, ਤੇ ਇੱਕ ਇੱਕ ਸਵਾਸ ਸਤਿਗੁਰੂ ਮਹਾਰਾਜ ਕਹਿੰਦੇ ਨੇ ਇਹ ਦੁਰਲੱਭ ਹੈ, ਇਹ ਪੈਸੇ ਦੇ ਕੇ ਇਹ ਸਵਾਸ ਵੀ ਵਾਪਸ ਨਹੀਂ ਮਿਲ ਸਕਦੇ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ, ਮਨ ਮੇਰੇ ਭੁੱਲੇ ਕਪਟ ਨਾ ਕੀਜੇ, ਅੰਤ ਨਬੇਰਾ ਤੇਰੇ ਜੀ ਪਹਿਲੀਜੈ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਕਰਨ ਕਿਰਪਾ, ਅਸੀਂ ਸਤਿਗੁਰੂ ਮਹਾਰਾਜ ਜੀ ਦੇ ਜੀਵਨ 'ਚੋਂ ਸੇਧ ਲੈ ਸਕੀਏ ਤੇ ਸਤਿਗੁਰੂ ਮਹਾਰਾਜ ਜੀ ਦਾ 400 ਸਾਲਾ ਪ੍ਰਕਾਸ਼ ਸ਼ਤਾਬਦੀ ਹੈ, ਕੁਝ ਨਾ ਕੁਝ ਆਪਣੇ ਜੀਵਨ 'ਚ ਬਦਲਾਅ ਜ਼ਰੂਰ ਲੈ ਕਰਕੇ ਆਈਏ ਤਾਂ ਕਿ ਸਾਡਾ ਜੀਵਨ ਜਿਹੜਾ ਹੈ ਉਹ ਸਫਲਾ ਹੋ ਸਕੇ। ਬਾਕੀ ਦੀਆਂ ਵਿਚਾਰਾਂ ਅਗਲੇ ਦੀਵਾਨ ਦੇ ਅੰਦਰ ਗੁਰੂ ਕਿਰਪਾ ਕਰੇ ਅਸੀਂ ਸਤਿਗੁਰੂ ਮਹਾਰਾਜ ਜੀ ਦਾ ਓਟ ਆਸਰਾ ਲੈਂਦਿਆਂ ਜੀਵਨ ਸਫਲਾ ਹੋਵੇ। ਅਰਦਾਸ ਜ਼ਰੂਰ ਕਰਿਆ ਕਰੋ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰੇ ਉਭਰੇ ਤਿੱਤੇ ਲਿਹੋ ਉਭਾਰ। ਬੋਲਦਿਆਂ ਹੋਈਆਂ ਭੁੱਲਾਂ ਦੀ ਖਿਮਾ, ਬੁਲਾਓ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇਗ ਬਹਾਦਰ ਸਿਮਰਿਐ, ਕਰ ਨਾਉ ਨਿਤ ਆਵੈ ਤਾਏ। ਤੇਗ ਬਹਾਦਰ ਸਿਮਰਿਐ, ਕਰ ਨਾਉ